ਸਤਿ ਸ੍ਰੀ ਅਕਾਲ ਜੀ। ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਏਐਸ ਸਮਾਜਿਕ ਸਿੱਖਿਆ ਕਲਾਸ ਦੇ ਵਿੱਚ। ਤਾਂ ਅੱਜ ਜੋ ਅਸੀਂ ਚੈਪਟਰ ਕਰਨ ਜਾ ਰਹੇ ਹਾਂ, ਵੈਲਕਮ ਲਾਈਫ, ਸਵਾਗਤ ਜ਼ਿੰਦਗੀ 8ਵੀਂ ਸ਼੍ਰੇਣੀ ਦਾ ਫੈਸਲਾ ਲੈਣਾ। ਤਾਂ ਕਾਫੀ ਜ਼ਿਆਦਾ ਇਸ 'ਤੇ ਡਿਮਾਂਡ ਹੋਈ ਕਿ ਵੈਲਕਮ ਲਾਈਫ, ਕਿਉਂਕਿ ਨਵਾਂ ਸਬਜੈਕਟ ਹੈ, ਇੱਕ ਨਵਾਂ ਬਹੁਤ ਹੀ ਅੱਛਾ ਸਬਜੈਕਟ ਹੈ ਸਾਡੇ ਰੋਜ਼ਾਨਾ ਜੀਵਨ ਵਿੱਚ ਹੋਣ ਲਈ। ਇਸ ਦੇ ਵਿੱਚ ਸਾਨੂੰ ਇੱਕ ਸੇਧ ਦਿੱਤੀ ਗਈ ਹੈ, ਅਸੀਂ ਕਹਿ ਸਕਦੇ ਹਾਂ ਇਸ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। ਤਾਂ ਕੋਸ਼ਿਸ਼ ਇਹ ਰਹੇਗੀ ਕਿ ਸਾਰੇ ਦੇ ਸਾਰੇ ਚੈਪਟਰ ਤੁਹਾਡੇ ਇਸੇ ਤਰ੍ਹਾਂ ਤੁਹਾਡੇ ਤੱਕ ਪਹੁੰਚਦੇ ਕੀਤੇ ਜਾਣ। ਸੋਚ ਤੁਹਾਡੀ ਹੈ, ਤੁਹਾਡੀ ਸੋਚ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਇਸ ਨੂੰ ਹੈਂਡਲ ਕਰਦੇ ਹੋ। ਇੱਕ ਐਕਟੀਵਿਟੀ ਬੁੱਕ ਹੈ, ਆਪਣੀ ਐਕਟੀਵਿਟੀ ਨੂੰ ਆਪਣੇ ਹਿਸਾਬ ਦੇ ਨਾਲ ਵੀ ਅਸੀਂ ਹੈਂਡਲ ਕਰਨਾ। ਤਾਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਤੁਸੀਂ ਲਾਈਨ ਦਿਖ ਰਹੀ ਹੋਏਗੀ ਤੁਹਾਨੂੰ ਸਾਰਿਆਂ ਨੂੰ ਪੜ੍ਹਨਾ ਹੈ। ਸਹੀ ਸੋਚ ਚੰਗੀ ਕਿਸਮਤ ਤੇ ਪਕੜ ਬਣਾਉਂਦੀ ਹੈ। ਐਡਵਿਨ ਦਾ ਕਹਿਣਾ, ਸਹੀ ਸੋਚ ਚੰਗੀ ਕਿਸਮਤ ਤੇ ਪਕੜ ਬਣਾਉਂਦੀ ਹੈ। ਜਾਣੀ ਕਿ ਅਗਰ ਤੁਸੀਂ ਚੰਗੀ ਕਿਸਮਤ ਚਾਹੁੰਦੇ ਹੋ ਆਪਣੀ ਬਣੇ, ਤਾਂ ਉਸ ਦੇ ਲਈ ਤੁਹਾਡੀ ਸੋਚ ਬਿਲਕੁਲ ਠੀਕ ਹੋਣੀ ਚਾਹੀਦੀ ਹੈ। ਤਾਂ ਸ਼ੁਰੂ ਦੇ ਵਿੱਚ ਲਿਖਿਆ, ਪਿਆਰੇ ਵਿਦਿਆਰਥੀਓ, ਫੈਸਲਾ ਲੈਣਾ ਇੱਕ ਵਿਅਕਤੀ ਦੀ ਉਹ ਕਾਬਲੀਅਤ ਹੈ ਜਿਸ ਦੁਆਰਾ ਉਹ ਸਾਰੇ ਸੰਭਾਵਿਤ ਵਿਕਲਪਾਂ ਵਿੱਚੋਂ ਕਿਸੇ ਇੱਕ ਦੀ ਚੋਣ ਕਰਦਾ ਹੈ। ਇਹ ਚੋਣ ਸਾਰੇ ਵਿਕਲਪਾਂ ਬਾਰੇ ਤਰਕਸ਼ੀਲ ਸੋਚ ਅਤੇ ਤੁਲਨਾ ਤੇ ਆਧਾਰਿਤ ਹੁੰਦੀ ਹੈ। ਯਾਨੀ ਕਿ ਕੋਈ ਵੀ ਆਪਸ਼ਨ ਦਿੱਤਾ ਜਾਂਦਾ, ਜਿਸ ਮਲਟੀਪਲ ਚੁਆਇਸ ਕੁਐਸਚਨ, ਬਹੁ ਵਿਕਲਪੀ ਤੁਹਾਨੂੰ ਕੁਐਸਚਨ ਆਉਂਦੇ ਆ, ਤੁਹਾਨੂੰ ਚਾਰ ਵਿਕਲਪ ਦਿੱਤੇ ਜਾਂਦੇ ਆ ਜਾਂ ਦੋ ਵਿਕਲਪ ਹੁੰਦੇ ਆ, ਤੁਸੀਂ ਉਹਨਾਂ ਦੇ ਵਿੱਚੋਂ ਕੋਈ ਵੀ ਸੰਭਾਵਿਤ ਜੋ ਤੁਹਾਨੂੰ ਲੱਗਦਾ ਕਿ ਠੀਕ ਹੈ, ਤੁਸੀਂ ਉਸ ਦੀ ਚੋਣ ਕਰਦੇ ਹੋ। ਇਸ ਨੂੰ ਅਸੀਂ ਜਿਸ ਤਰ੍ਹਾਂ ਫੈਸਲਾ ਲੈਣ ਦੇ ਤੌਰ ਤੇ ਮੰਨਦੇ ਹਾਂ। ਆਓ ਨਿਮਨ ਗਤੀਵਿਧੀ, ਜਿਹੜੀ ਹੇਠ ਲਿਖੀ ਗਤੀਵਿਧੀ ਦੇ ਅਨੁਸਾਰ ਅਸੀਂ ਫੈਸਲਾ ਕਰਨ ਦੀ ਯੋਗਤਾ ਦੀ ਜਾਂਚ ਕਰਦੇ ਹਾਂ। ਤਾਂ ਸਭ ਤੋਂ ਪਹਿਲਾਂ ਲੜੀ ਨੰਬਰ ਲਿਖਿਆ ਆ, ਜਦੋਂ ਵੀ ਮੈਂ ਕੋਈ ਫੈਸਲਾ ਲੈਂਦਾ ਜਾਂ ਲੈਂਦੀ ਹਾਂ, ਕਦੇ ਨਹੀਂ, ਕਦੇ ਕਦੇ ਜਾਂ ਹਮੇਸ਼ਾ, ਜੋ ਕੰਮ ਅਸੀਂ ਕਰਦੇ ਹਾਂ ਅਸੀਂ ਠੀਕ ਕਰਦੇ ਜਾਣਾ ਹੈਗਾ। ਮੈਂ ਆਲਰੇਡੀ ਟੇਕ ਕੀਤਾ ਹੋਇਆ। ਤੁਸੀਂ ਆਪਣੇ ਹਿਸਾਬ ਦੇ ਨਾਲ ਆਪਣੀ ਬੁੱਕ ਦੇ ਉੱਪਰ ਆਪਣੇ ਫੈਸਲੇ ਨੂੰ ਆਪਣੇ ਹਿਸਾਬ ਨਾਲ ਇਸ ਨੂੰ ਤੁਸੀਂ ਗਾਈਡ ਕਰਨਾ। ਮੈਂ ਇੱਕ ਕਾਰਵਾਈ, ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਸਮੱਸਿਆ ਦਾ ਵਿਸ਼ਲੇਸ਼ਣ ਕਰਦਾ ਹਾਂ ਜਾਂ ਕਰਦੀ ਹਾਂ। ਕੋਈ ਵੀ ਸਮੱਸਿਆ ਹੁੰਦੀ ਹੈ ਅਸੀਂ ਉਸ ਦਾ ਪਹਿਲਾਂ ਵਿਸ਼ਲੇਸ਼ਣ ਕਰਦੇ ਹਾਂ। ਕਦੇ ਕਦੇ, ਕਦੇ ਨਹੀਂ, ਹਮੇਸ਼ਾ, ਤਾਂ ਇਸ ਤੇ ਹਮੇਸ਼ਾ ਤੇ ਟਿਕ ਕੀਤਾ ਹੋਇਆ। ਉਸ ਤੋਂ ਅੱਗੇ ਦੂਸਰੇ ਨੰਬਰ ਤੇ ਹੈ ਬੇਟਾ, ਮੈਂ ਸਮੱਸਿਆ ਨੂੰ ਹੱਲ ਕਰਨ ਲਈ ਵੱਖੋ ਵੱਖਰੇ ਵਿਕਲਪ ਲੱਭਦਾ ਹਾਂ। ਯਾਨੀ ਕਿ ਮੈਂ ਆਪਣੀ ਸਮੱਸਿਆ, ਜਦ ਮੈਨੂੰ ਪਤਾ ਲੱਗ ਗਿਆ ਕਿ ਮੇਰੀ ਸਮੱਸਿਆ ਕੀ ਹੈ, ਫਿਰ ਉਸ ਤੋਂ ਬਾਅਦ ਮੈਂ ਉਸ ਦੇ ਲਈ ਹੱਲ ਲੱਭਦਾ। ਹੱਲ ਲੱਭਣ ਦੇ ਲਈ ਮੈਂ 3-4 ਆਪਸ਼ਨ ਯੂਜ਼ ਕਰਦਾ ਵੀ ਇਹੀ ਫੈਸਲਾ ਲਿਆ ਤਾਂ ਇਹਦਾ ਹੱਲ ਇਹ ਨਿਕਲਣਾ, ਇਹ ਲਿਆ ਤਾਂ ਇਹ, ਮੇਰਾ ਲਾਸ ਕਿੰਨਾ ਕੁ ਹੋਏਗਾ, ਮੇਰਾ ਪ੍ਰੋਫਿਟ ਹੋਏਗਾ, ਸਾਹਮਣੇ ਵਾਲੇ ਨੂੰ ਕਿਸੇ ਨੂੰ ਲਾਸ ਹੋ ਰਿਹਾ ਜਿਹਨੇ। ਇਸ ਤਰ੍ਹਾਂ ਅਸੀਂ ਵਿਕਲਪ ਚੁਣਦੇ ਆ। ਤਾਂ ਇਹ ਮੈਂ ਕਦੋਂ ਕਰਦਾ, ਕਦੇ ਨਹੀਂ ਕਰਦਾ, ਕਦੇ ਕਦੇ ਕਰਦਾ। ਕਦੇ ਕਦੇ ਮੈਂ ਕਈ ਵਾਰ ਹੁੰਦਾ ਕੋਈ ਸਮੱਸਿਆ ਹੁੰਦੀ ਤਾਂ ਅਸੀਂ ਮਿੰਟੋ ਮਿੰਟ ਉਸ ਦਾ ਹੱਲ ਲੱਭ ਲੈਂਦੇ ਹਾਂ, ਦੇਖਦੇ ਨਹੀਂ ਕਿ ਉਸ ਦਾ ਅਸਰ ਆਉਣ ਵਾਲੇ ਸਮੇਂ 'ਚ ਕੀ ਹੋਏਗਾ। ਤਾਂ ਕਈ ਵਾਰ ਅਸੀਂ ਬਹੁਤ ਸੋਚ ਵਿਚਾਰ ਕੇ ਉਸ ਸਮੱਸਿਆ ਦਾ ਹੱਲ ਕਰਦੇ ਹਾਂ ਕਿ ਨਹੀਂ, ਥੋੜ੍ਹਾ ਸੋਚ ਵਿਚਾਰ ਕਰੀਏ ਕਿ ਜੋ ਅਸੀਂ ਫੈਸਲਾ ਕਰ ਰਹੇ ਹਾਂ ਕੀ ਇਹ ਆਉਣ ਵਾਲੇ ਸਮੇਂ ਤੱਕ ਵੀ ਬਰਕਰਾਰ ਰਹੇਗਾ, ਸਾਡੇ ਲਈ ਠੀਕ ਰਹੇਗਾ। ਤੀਸਰੇ ਨੰਬਰ ਦੇ ਵਿੱਚ ਮੈਂ ਸਾਰੇ ਹੱਲਾਂ ਦੇ ਸਾਰੇ ਸਕਾਰਾਤਮਕ ਤੇ ਨਕਾਰਾਤਮਕ ਪਹਿਲੂਆਂ ਦੀ ਭਾਲ ਕਰਦੀ ਹਾਂ। ਕੀ ਮੈਂ ਸਾਰੇ ਜੋ ਮੈਂ ਵਿਕਲਪ ਆਪਣੇ ਜੋ ਸਮੱਸਿਆ ਹੈ ਉਸ ਦੇ ਲਈ ਮੈਂ ਜੋ ਹੱਲ ਲੱਭੇ ਹਨ, ਕੀ ਮੈਂ ਉਹਨਾਂ ਤੇ ਵਿਚਾਰ ਕਰਦਾ ਕਿ ਉਹ ਸਾਰੇ ਸਕਾਰਾਤਮਕ ਹਨ, ਨਕਾਰਾਤਮਕ ਹਨ, ਕੀ ਉਸ ਦੇ ਪਹਿਲੂ ਕੀ ਆ ਔਰ ਉਸ ਦੇ ਅਸਰ ਕੀ ਨਿਕਲਣ ਵਾਲੇ, ਉਸ ਦੇ ਨਤੀਜੇ ਕੀ ਨਿਕਲਣ ਵਾਲੇ। ਇਹ ਮੈਂ ਕਦੇ ਕਦੇ ਕਰਦਾ। ਮੈਂ ਆਪਣੇ ਮਾਪਿਆਂ ਅਤੇ ਦੋਸਤਾਂ ਨਾਲ ਵੱਖੋ ਵੱਖਰੇ ਹੱਲ ਬਾਰੇ ਵਿਚਾਰ ਕਰਦਾ ਹਾਂ ਜਾਂ ਕਰਦੀ ਹਾਂ। ਤਾਂ ਧਿਆਨ ਨਾਲ ਇਸ ਐਕਟੀਵਿਟੀ ਨੂੰ ਵਾਰ-ਵਾਰ ਪੜ੍ਹੋਗੇ, ਤੁਹਾਨੂੰ ਸਾਰੀ ਸਮਝ ਆਏਗੀ। ਫਿਰ ਮੈਂ ਜੋ ਹੱਲ ਲੱਭੇ ਹਨ, ਮੈਂ ਉਹਨਾਂ ਦੀ ਚਰਚਾ ਆਪਣੇ ਦੋਸਤਾਂ ਨਾਲ ਕਰਦਾ ਵੀ ਮੈਨੂੰ ਇੱਕ ਸਮੱਸਿਆ, ਮੈਂ ਉਸ ਦੇ ਲਈ 1-2 ਹੱਲ ਨੇ ਕਿ ਮੈਂ ਇਹ ਕਰਾਂ ਇਹ ਠੀਕ ਰਹੇਗਾ ਜਾਂ ਇਹ ਕਰਾਂ ਇਹ ਠੀਕ ਰਹੇਗਾ। ਮਾਂ ਬਾਪ ਦੇ ਨਾਲ ਅਸੀਂ ਗੱਲ ਕਰਦੇ ਹਾਂ, ਹਮੇਸ਼ਾ ਕਰਦੇ ਹਾਂ, ਕਦੇ ਕਦੇ ਕਰਦੇ ਹਾਂ ਅਸੀਂ, ਤੁਸੀਂ ਇਸ ਤੇ ਟਿਕ ਲਗਾਉਣੀ ਹੈ। ਮੈਂ ਹਰੇਕ ਹੱਲ ਬਾਰੇ ਪੂਰੀ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਦਾ ਹਾਂ ਜਾਂ ਕਰਦੀ ਹਾਂ। ਮੈਂ ਕੋਈ ਵੀ ਜੋ ਵੀ ਮੈਂ ਆਪਣੀ ਸਮੱਸਿਆ ਦਾ ਹੱਲ ਲੱਭਿਆ ਉਹਦੇ ਲਈ ਫਿਰ ਮੈਂ ਜਾਣਕਾਰੀ ਇਕੱਠੀ ਕਰਦਾ ਕਿ ਕੀ ਜੋ ਮੈਂ ਸਮੱਸਿਆ ਹੈ ਉਸ ਦੇ ਜੋ ਹੱਲ ਲੱਭੇ ਹਨ, ਕੀ ਉਹ ਮੇਰੇ ਲਈ ਸਹੀ ਹਨ ਜਾਂ ਸਾਹਮਣੇ ਵਾਲੇ ਲਈ ਸਹੀ ਹਨ, ਸਮਾਜ ਲਈ ਸਹੀ ਹਨ। ਇਹ ਮੈਂ ਕਦੋਂ ਕਰਦਾ ਹਾਂ, ਜਾਂ ਕਦੇ ਵੀ ਨਹੀਂ ਕਰਦਾ, ਜਾਂ ਕਦੇ ਕਦੇ ਕਰਦਾ, ਜਾਂ ਹਮੇਸ਼ਾ ਕਰਦਾ। ਮੈਂ ਇਸ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਸਾਰੇ ਹੱਲ ਵਿਕਲਪਾਂ ਦੀ ਤੁਲਨਾ ਕਰਦਾ ਹਾਂ। ਅੰਤਿਮ ਰੂਪ ਦੇ ਦੇਣਾ ਯਾਨੀ ਕਿ ਕੋਈ ਵੀ ਇੱਕ ਫੈਸਲਾ ਚੁਣਨ ਤੋਂ ਪਹਿਲਾਂ ਮੈਂ ਸਾਰਿਆਂ ਦੇ ਵਿਚਾਰ ਕਰਦਾ ਹਾਂ ਕਿ ਕਿਹੜਾ ਫੈਸਲਾ ਬਿਲਕੁਲ ਸਹੀ ਹੈ, ਕਦੇ ਕਦੇ, ਹਮੇਸ਼ਾ ਜਾਂ ਕਦੇ ਨਹੀਂ। ਮੈਂ ਨਵਾਂ ਫੈਸਲਾ ਲੈਣ ਤੋਂ ਪਹਿਲਾਂ ਕੀਤੇ ਗਏ ਪਿਛਲੇ ਫੈਸਲਿਆਂ ਦੇ ਨਤੀਜਿਆਂ ਬਾਰੇ ਸੋਚਦਾ ਹਾਂ ਜਾਂ ਸੋਚਦੀ ਹਾਂ। ਯਾਨੀ ਕਿ ਕੋਈ ਵੀ ਨਵਾਂ ਫੈਸਲਾ ਲੈਣ ਤੋਂ ਪਹਿਲਾਂ ਅਸੀਂ ਪੁਰਾਣੇ ਨਤੀਜਿਆਂ ਦੀ ਵੀ ਜਾਂਚ ਕਰਦੇ ਹਾਂ। ਮੈਂ ਪਿਛਲੇ ਫੈਸਲਿਆਂ ਦੇ ਨਕਾਰਾਤਮਕ ਨਤੀਜਿਆਂ ਦੇ ਆਧਾਰ ਤੇ ਆਪਣਾ ਫੈਸਲਾ ਬਦਲਦਾ ਹਾਂ ਜਾਂ ਬਦਲਦੀ ਹਾਂ। ਤਾਂ ਇਸ ਤਰ੍ਹਾਂ ਤੁਸੀਂ ਇਸ ਟਿਕ ਕੀਤਾ ਹੋਇਆ। ਅਸੀਂ ਲਾਸਟ ਦੇ ਵਿੱਚ ਜਾ ਕੇ ਅਸੀਂ ਟੋਟਲ ਮਾਰਕਸ ਲਗਾਉਣੇ ਆ। ਮਾਰਕਸ ਕਿੱਦਾਂ ਲਗਾਉਣੇ ਆ, ਨੀਚੇ ਤੁਸੀਂ ਦੇਖਣਾ ਆਪਣਾ ਪੱਧਰ ਪਤਾ ਕਰਨ ਦਾ ਤਰੀਕਾ ਕੀ ਆ। ਆਓ ਆਪਣਾ ਪੱਧਰ ਪਤਾ ਕਰੋ। ਅਤੇ ਕਦੇ ਨਹੀਂ, ਅਗਰ ਤੁਸੀਂ ਕੋਈ ਕੰਮ ਕਦੇ ਨਹੀਂ ਕੀਤਾ ਤਾਂ ਉਹਦੇ ਲਈ 1 ਨੰਬਰ ਦੇਣਾ, ਕਦੇ ਕਦੇ ਕੀਤਾ ਤਾਂ ਉਸ ਦੇ ਲਈ 1 ਦੇ ਲਈ 2 ਨੰਬਰ ਦੇਣੇ ਆ, ਔਰ ਹਮੇਸ਼ਾ ਕੀਤਾ ਤਾਂ ਉਸ ਦੇ ਲਈ 3 ਨੰਬਰ ਦੇਣੇ ਆ। ਜਿਸ ਤਰ੍ਹਾਂ ਤੁਸੀਂ ਐਕਟੀਵਿਟੀ ਨੂੰ ਡਨ ਕੀਤਾ ਹੋਇਆ ਤਾਂ 3 ਵਾਲੇ ਮੇਰੇ 6 ਨੰਬਰ ਬਣ ਗਏ, ਔਰ ਇੱਧਰ ਸਾਡੇ 15 ਨੰਬਰ ਹੋ ਗਿਆ। ਤਾਂ ਟੋਟਲ ਮੇਰੇ ਨੰਬਰ ਹੈ ਜਿਹੜੇ ਉਹ 13 ਤੋਂ 19 ਦੇ ਵਿਚਕਾਰ ਆ। ਯਾਨੀ ਕਿ ਮੱਧਮ ਫੈਸਲਾ ਲੈਣ ਦੀ ਯੋਗਤਾ ਜਿਹੜੀ ਮੇਰੇ ਵਿੱਚ ਹੈਗੀ ਆ। ਅਗਰ ਤੁਸੀਂ 8 ਤੋਂ 12 ਦੇ ਵਿੱਚ ਰਹਿੰਦੇ ਹੋ ਤਾਂ ਤੁਸੀਂ ਨਿਮਨ ਫੈਸਲਾ ਲੈਣ ਦੀ ਯੋਗਤਾ ਵਿੱਚੋਂ, ਅਗਰ ਤੁਸੀਂ 13 ਤੋਂ 19 ਦੇ ਵਿੱਚ ਹੋ ਤਾਂ ਤੁਸੀਂ ਕੀ ਹੈ, ਮੱਧਮ ਫੈਸਲਾ ਲੈਣ ਦੀ ਯੋਗਤਾ ਵਿੱਚੋਂ, ਤੇ ਅਗਰ ਤੁਸੀਂ 20 ਤੋਂ 24 ਦੇ ਵਿੱਚ ਤੁਸੀਂ ਉੱਤਮ ਫੈਸਲਾ ਲੈਣ ਦੀ ਯੋਗਤਾ ਰੱਖਦੇ ਹੋ। ਤਾਂ ਇੱਥੇ ਕਿਉਂਕਿ ਮੇਰੇ ਜਿਹੜੇ ਅੰਕ ਹਨ ਇੱਥੇ ਸਾਡੇ ਉਹ 13 ਤੋਂ 19 ਦੇ ਵਿੱਚ ਆਏ ਹਨ, ਇਸ ਕਰਕੇ ਅਸੀਂ ਮੱਧਮ ਫੈਸਲਾ ਲੈਣ ਦੀ ਯੋਗਤਾ ਵਿੱਚ ਹਾਂ।
ਮੇਰਾ ਫੈਸਲਾ ਲੈਣ ਦੀ ਜਿਹੜੀ ਯੋਗਤਾ 15 ਅੰਕ ਹਨ। ਉਪਰੋਕਤ ਲੜੀ ਨੰਬਰ 1 ਤੋਂ 8 ਤੱਕ ਮੈਨੂੰ ਫੈਸਲਾ ਲੈਣ ਸਮੇਂ ਨਿਮਨ ਲਿਖਤ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਹੁਣ ਉਹਦੇ ਵਿੱਚ ਜੋ ਚੀਜ਼ਾਂ ਮੇਰੇ ਤੋਂ ਰਹਿ ਗਈਆਂ ਸੀ, ਜੋ ਮੈਂ ਕਦੇ-ਕਦੇ ਕੀਤੀਆਂ, ਉਹਨਾਂ ਨੂੰ ਕੀ ਹੈ ਮੈਨੂੰ ਹਮੇਸ਼ਾ ਕਰਨਾ ਪਵੇਗਾ। ਠੀਕ ਹੈ, ਅੰਡਰਸਟੈਂਡ ਹੋ ਰਿਹਾ ਹੋਵੇਗਾ। ਤਾਂ ਸਭ ਤੋਂ ਪਹਿਲੀ ਸਮੱਸਿਆ ਨੂੰ ਹੱਲ ਕਰਨ ਲਈ ਹਮੇਸ਼ਾ ਵੱਖੋ ਵੱਖਰੇ ਹੱਲ ਲੱਭਣੇ ਆ। ਕੋਈ ਵੀ ਸਮੱਸਿਆ ਉਸ ਨੂੰ ਹੱਲ ਕਰਨ ਦੇ ਲਈ ਐਸਾ ਨਹੀਂ ਕਿ ਕੋਈ ਇੱਕ ਵਿਕਲਪ ਆ ਗਿਆ ਜਲਦੀ ਉਸ ਦਾ ਆਨਸਰ ਦਿੱਤਾ, ਨਹੀਂ। ਪਹਿਲਾਂ ਉਸਦੇ ਵੱਖੋ ਵੱਖਰੇ ਹੱਲ ਲੱਭਣੇ ਆ। ਨੰਬਰ 2 ਤੇ ਸਾਰੇ ਹੱਲਾਂ ਦੇ ਸਾਰੇ ਸਕਾਰਾਤਮਕ ਅਤੇ ਨਕਾਰਾਤਮਕ ਪਹਿਲੂਆਂ ਦੀ ਹਮੇਸ਼ਾ ਭਾਲ ਕਰਨੀ ਆ। ਯਾਨੀ ਕਿ ਜੋ ਚੀਜ਼ ਮੇਰੇ ਤੋਂ ਮਿਸ ਹੋਈ ਹੈ, ਮੈਂ ਉਸਦੀ ਜੋ ਚੀਜ਼ ਮੈਂ ਇਸ ਸਾਰਣੀ ਦੇ ਵਿੱਚ ਮਿਸ ਕੀਤੀ ਹੈ, ਮੈਂ ਉਹ ਹਮੇਸ਼ਾ ਕਰਾਂਗਾ। ਸਾਰੇ ਹੱਲ ਪ੍ਰਸ਼ਨਾਂ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਸਾਰੇ ਹੱਲਾਂ ਦਾ ਜਾਂ ਵਿਕਲਪਾਂ ਦੀ ਤੁਲਨਾ ਕਰਨੀ ਜ਼ਰੂਰੀ ਹੈ। ਤਾਂ ਇਹ ਸਾਰੀਆਂ ਚੀਜ਼ਾਂ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਕਰਾਂਗਾ ਤਾਂ ਕਿ ਮੈਂ ਉੱਤਮ ਫੈਸਲਾ ਲੈਣ ਦੀ ਯੋਗਤਾ ਵਿੱਚ ਆ ਸਕਾਂ। ਪਿਆਰੇ ਵਿਦਿਆਰਥੀਓ, ਆਪਣੇ ਅਧਿਆਪਕ ਨਾਲ ਰੋਜ਼ਾਨਾ ਜ਼ਿੰਦਗੀ ਵਿੱਚ ਸਹੀ ਫੈਸਲਾ ਲੈਣ ਦੀ ਜ਼ਰੂਰਤ ਅਤੇ ਮਹੱਤਤਾ ਬਾਰੇ ਵਿਚਾਰ ਕਰੋ। ਤਾਂ ਸਾਨੂੰ ਵੀ ਪਤਾ, ਅਗਰ ਕਿਸੇ ਵੀ ਨਤੀਜੇ ਤੇ ਪਹੁੰਚਣਾ, ਸਹੀ ਫੈਸਲਾ ਸਾਡੇ ਜੀਵਨ ਦਾ ਇੱਕ ਟਰਨਿੰਗ ਪੁਆਇੰਟ ਵੀ ਹੋ ਸਕਦਾ। ਇੱਕ ਲਿਆ ਗਿਆ ਛੋਟਾ ਜਿਹਾ ਗਲਤ ਫੈਸਲਾ ਵੀ ਸਾਡੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਹਾਨੀਕਾਰਕ ਵੀ ਹੋ ਸਕਦਾ। ਤੁਸੀਂ ਸਾਰੇ ਇੱਕ ਸਕੂਲ ਪਿਕਨਿਕ ਲਈ ਜਾ ਰਹੇ ਹੋ। ਹੁਣ ਗਤੀਵਿਧੀ ਨੂੰ ਧਿਆਨ ਨਾਲ ਸੁਣਨਾ, ਬੜੀ ਹੀ ਇੰਟਰਸਟਿੰਗ ਗਤੀਵਿਧੀ ਹੈ। ਤੁਸੀਂ ਇੱਕ ਪਿਕਨਿਕ ਲਈ ਜਾ ਰਹੇ ਹੋ, ਗਰਮੀਆਂ ਦਾ ਮੌਸਮ ਹੈ, ਬੱਸ ਇੱਕ ਜੰਗਲ ਵਿੱਚ ਖਰਾਬ ਹੋ ਗਈ ਜਾਂਦੀ ਹੈ। ਬੱਸ ਕੰਡਕਟਰ ਦੱਸਦਾ ਹੈ ਕਿ ਤੁਹਾਨੂੰ ਪੈਦਲ ਹੀ ਜੰਗਲ ਲੰਘਣਾ ਪੈਣਾ ਹੈ। ਜੰਗਲ ਬਹੁਤ ਸੰਘਣਾ ਹੈ ਅਤੇ ਤੁਹਾਨੂੰ ਸਾਰਿਆਂ ਨੂੰ ਕਾਫੀ ਤੁਰਨਾ ਪੈਣਾ ਹੈ। ਹੁਣ ਤੁਹਾਡੇ ਕੋਲ 10 ਮਿੰਟ ਹਨ ਅਤੇ ਸਾਰੀਆਂ ਦਿੱਤੀਆਂ ਵਸਤੂਆਂ ਵਿੱਚੋਂ ਕੋਈ ਵੀ 4 ਜ਼ਰੂਰਤ ਦੀਆਂ ਵਸਤੂਆਂ ਦੀ ਚੋਣ ਕਰੋ ਅਤੇ ਆਪਣੀ ਚੋਣ ਤੇ ਫੈਸਲੇ ਬਾਰੇ ਲਿਖੋ। ਹੁਣ ਦੇਖੋ, ਵਸਤੂਆਂ ਦੀਆਂ ਤਸਵੀਰਾਂ ਨੀਚੇ ਦਿੱਤੀਆਂ ਹੋਈਆਂ ਹਨ। ਬੱਸ ਖਰਾਬ ਹੋਈ ਹੈ, ਗਰਮੀ ਦਾ ਮੌਸਮ ਹੈ, ਤਾਂ ਜੰਗਲ ਦੇ ਵਿੱਚ ਤੁਰਨਾ ਪੈਣਾ। ਤਾਂ ਮੈਂ ਇੱਥੇ ਟਿਕ ਕੀਤਾ ਹੈ। ਤੁਸੀਂ ਆਪਣੀ ਸਮਝ ਨਾਲ ਕੋਈ ਵੀ ਟਿਕ ਕਰ ਸਕਦੇ ਹੋ, ਮੇਰੇ ਪਿੱਛੇ ਨਹੀਂ ਲੱਗਣਾ ਹੈਗਾ। ਮੈਂ ਇੱਕ ਪਾਣੀ ਦੀ ਬੋਤਲ ਤੇ ਟਿਕ ਕੀਤਾ ਹੋਇਆ, ਦੂਸਰਾ ਮੈਂ ਇੱਕ ਕੰਪਾਸ ਦੇ ਉੱਪਰ ਟਿਕ ਕੀਤਾ ਹੋਇਆ, ਤੀਸਰਾ ਤੁਸੀਂ ਦੇਖ ਰਹੇ ਹੋ ਕੁਝ ਟੌਫੀਆਂ ਦੇ ਉੱਪਰ ਮੈਂ ਟਿਕ ਕਰ ਦਿੱਤਾ, ਚੌਥੇ ਨੰਬਰ ਦੇ ਉੱਪਰ ਮੈਂ ਇੱਕ ਚਾਕੂ ਦੇ ਉੱਪਰ ਟਿਕ ਕੀਤਾ ਹੋਇਆ। ਕੋਈ 4 ਚੀਜ਼ਾਂ ਚੁਣਨੀਆਂ ਸੀ ਮੈਂ ਇਸ ਦੇ ਵਿੱਚੋਂ, ਮੇਰੇ ਕੋਲ ਟਾਈਮ ਵੀ ਥੋੜਾ ਸੀ, ਮੈਂ ਜਲਦੀ ਇਹ 4 ਚੀਜ਼ਾਂ ਚੁਣ ਲਈਆਂ। ਸਥਿਤੀ ਅਸੀਂ ਉੱਪਰ ਪੜ੍ਹ ਲਈ ਹੈ। ਪਿਕਨਿਕ ਜਾ ਰਹੇ ਹਾਂ, ਗਰਮੀ ਦਾ ਮੌਸਮ ਹੈ, ਬੱਸ ਖਰਾਬ ਹੋ ਗਈ ਹੈ ਜੰਗਲ ਦੇ ਵਿੱਚ, ਤਾਂ ਜੰਗਲ ਦੇ ਵਿੱਚੋਂ ਸਾਨੂੰ ਤੁਰਨਾ ਪੈਣਾ। ਤਾਂ ਉਸ ਦੇ ਲਈ ਮੈਂ 4 ਚੀਜ਼ਾਂ ਸੁਭਾਵਿਕ ਜੋ ਮੈਨੂੰ ਚੰਗੀਆਂ ਲੱਗੀਆਂ, ਚਿੱਤਰ ਨੂੰ ਤੁਸੀਂ ਦੇਖ ਕੇ ਤੁਸੀਂ ਆਪਣੇ ਵੱਲੋਂ ਕੋਈ 4 ਚੀਜ਼ਾਂ ਟਿਕ ਕਰ ਸਕਦੇ ਹੋ। ਹੁਣ ਦੇਖੋ, ਚੋਣ ਕੀਤੀਆਂ ਵਸਤੂਆਂ ਅਤੇ ਚੋਣ ਦਾ ਕਾਰਨ। ਹੁਣ ਜੋ ਮੈਂ ਵਸਤੂਆਂ ਚੋਣ ਕੀਤੀਆਂ ਦਾ ਕਾਰਨ ਕੀ ਸੀ? ਤਾਂ ਮੈਂ ਸਭ ਤੋਂ ਪਹਿਲਾਂ ਪਾਣੀ ਦੀ ਬੋਤਲ ਮੈਂ ਚੁਣੀ ਹੈ। ਤਾਂ ਗਰਮੀ ਦਾ ਮੌਸਮ ਅਸੀਂ ਪੜ੍ਹਿਆ ਸੀ, ਤਾਂ ਗਰਮੀ ਦੇ ਮੌਸਮ ਵਿੱਚ ਸਾਨੂੰ ਪਿਆਸ ਬੁਝਾਉਣ ਦੇ ਲਈ ਪਾਣੀ ਦੀ ਜ਼ਰੂਰਤ ਹੋਵੇਗੀ। ਨੰਬਰ 2 ਤੇ ਕੰਪਾਸ ਸਾਨੂੰ ਜੰਗਲ ਦੇ ਵਿੱਚ ਰਸਤਾ ਦਿਖਾਉਣ ਦੇ ਲਈ, ਦਿਸ਼ਾ ਨਿਰਦੇਸ਼ ਕਰਨ ਦੇ ਲਈ ਸਹਾਇਤਾ ਕਰੇਗੀ। ਟੌਫੀਆਂ ਰਸਤੇ ਵਿੱਚ ਸਾਨੂੰ ਭੁੱਖ ਲੱਗਦੀ ਹੈ, ਇਸ ਲਈ ਟੌਫੀਆਂ ਜੋ ਸਾਡੀ ਚੱਲਣ ਦੀ ਤਾਕਤ ਬਣਾਈ ਰੱਖਦੀਆਂ। ਟੌਫੀਆਂ ਦੇ ਵਿੱਚ ਐਨਰਜੀ ਹੈ, ਗਲੂਕੋਜ਼ ਹੁੰਦੀ ਹੈ, ਜਿਹਦੇ ਨਾਲ ਸਾਨੂੰ ਐਨਰਜੀ ਮਿਲਦੀ ਹੈ, ਅਸੀਂ ਚੱਲ ਸਕਦੇ ਹਾਂ ਕਾਫੀ ਦੇਰ ਤੱਕ, ਔਰ ਇਸ ਨਾਲ ਸਾਡੀ ਪਿਆਸ ਵੀ ਕਾਫੀ ਦੇਰ ਤੱਕ ਕੰਟਰੋਲ ਰਹਿੰਦੀ ਹੈ। ਚਾਕੂ, ਕਿਉਂਕਿ ਜੰਗਲ ਸੰਘਣਾ ਹੈ, ਸ਼ਬਦ ਆਇਆ ਸੀ ਜੰਗਲ ਸੰਘਣਾ ਹੈ, ਇਸ ਲਈ ਰਸਤੇ ਵਿੱਚ ਬੇਲ ਟਾਹਣੀਆਂ ਨੂੰ ਕੱਟਣ ਦੇ ਲਈ ਸਾਨੂੰ ਚਾਕੂ ਦੀ ਲੋੜ ਪੈ ਸਕਦੀ ਹੈ, ਇਸ ਕਰਕੇ ਮੈਂ ਚਾਕੂ ਦੀ ਬਦਲ ਲਈ। ਇਹ 4 ਵਿਕਲਪ ਮੈਂ ਚੁਣੇ ਔਰ ਉਹਨਾਂ ਦਾ ਕਾਰਨ ਮੈਂ ਦੱਸਿਆ। ਤੁਸੀਂ ਆਪਣੇ ਇਸ ਤਸਵੀਰ ਦੇ ਵਿੱਚੋਂ ਕੋਈ 4 ਵਿਕਲਪ ਚੁਣ ਕੇ ਤੁਸੀਂ ਉਹਨਾਂ ਬਾਰੇ ਅੱਗੇ ਲਿਖਣਾ ਹੈ। ਜਾਂਚ, ਅੰਤਿਮ ਜਾਂਚ ਅਤੇ ਸਵੈ ਪੜਤਾਲ। ਕਲਾਸ ਦੇ ਹੋਰ ਵਿਦਿਆਰਥੀਆਂ ਨਾਲ ਆਪਣੀਆਂ ਚੋਣਾਂ ਬਾਰੇ ਵਿਚਾਰ ਕਰੋ, ਹੋਰ ਬੱਚਿਆਂ ਨਾਲ ਵਿਚਾਰ ਕਰੋ ਅਤੇ ਪਤਾ ਲਗਾਓ ਕਿ ਤੁਹਾਡੇ ਫੈਸਲੇ ਸਹੀ ਹਨ ਜਾਂ ਗਲਤ ਹਨ। ਜੇ ਤੁਸੀਂ ਆਪਣੇ ਫੈਸਲੇ ਨੂੰ ਗਲਤ ਸਮਝਦੇ ਹੋ ਤਾਂ ਚੋਣ ਕਰਨ ਵਾਲੇ ਵੇਲੇ ਤੁਸੀਂ ਕਿਹੜੀਆਂ ਗਲਤੀਆਂ ਕੀਤੀਆਂ ਹਨ ਅਤੇ ਇਹਨਾਂ ਨੂੰ ਕਿਵੇਂ ਸੁਧਾਰਨਾ। ਯਾਨੀ ਕਿ ਮੈਨੂੰ ਜੋ ਮੈਂ ਚੀਜ਼ਾਂ ਚੁਣੀਆਂ, ਮੈਨੂੰ ਉਸ ਵਿੱਚ ਕੋਈ ਗਲਤੀ ਨਹੀਂ ਲੱਗੀ, ਤਾਂ ਇਸ ਬਾਰੇ ਮੈਂ ਕੁਝ ਗਲਤੀਆਂ ਲਿਖੀਆਂ, ਫਿਰ ਉਹਦੇ ਵਿੱਚ ਸੁਧਾਰ ਕੀ ਕਰਨਾ। ਤਾਂ ਕਿਸੇ ਨੇ ਬੱਚੇ ਨੇ ਸੁਣੋ ਵੀ ਮਾਚਿਸ ਦੀ ਤੀਲੀ ਚੁਣ ਲਈ ਹੈ, ਮਾਚਿਸ ਦੀ ਡੱਬੀ ਦੀ ਚੋਣ ਕੀਤੀ ਹੈ, ਤਾਂ ਇਹ ਗਲਤੀ ਨੂੰ ਤੁਸੀਂ ਕਿਵੇਂ ਸੁਧਾਰ ਕਰੋਗੇ? ਕੰਪਾਸ, ਜਿਹੜੀ ਮਾਚਿਸ ਦੀ ਤੀਲੀ ਦੀ ਚੁਣੀ ਆ ਉਸਨੇ, ਉਸ ਦੀ ਜਗ੍ਹਾ ਤੇ ਕੰਪਾਸ ਚੁਣਨਾ ਚਾਹੀਦਾ ਸੀ। ਪਾਣੀ ਦੀ ਪਾਈਪ ਦੀ ਜਗ੍ਹਾ ਤੇ ਪਾਣੀ ਦੀ ਬੋਤਲ ਚੁਣਨੀ ਚਾਹੀਦੀ ਸੀ। ਗਤੀਵਿਧੀ ਨੂੰ ਧਿਆਨ ਨਾਲ ਪੜ੍ਹਨਾ, ਤੁਹਾਡੇ ਸਮਝ ਆ ਜਾਏਗਾ। ਕਿਸੇ ਨੇ ਮੱਛਰ ਭਜਾਉਣ ਵਾਲੀ ਸਪਰੇਅ ਚੱਕ ਲਈ ਹੈ, ਪਰ ਉਹਦੀ ਲੋੜ ਨਹੀਂ ਸੀ, ਉਸ ਦੀ ਜਗ੍ਹਾ ਤੇ ਸਾਨੂੰ ਟੌਫੀਆਂ ਦੀ ਲੋੜ ਸੀ, ਕਿਉਂਕਿ ਅਸੀਂ ਟੌਫੀਆਂ ਖਾਣੀਆਂ। ਕਿਸੇ ਨੇ ਬਾਗਬਾਨੀ ਯੰਤਰ ਲੈ ਲਿਆ, ਪਰ ਉਹਨਾਂ ਦੀ ਲੋੜ ਨਹੀਂ ਹੈ, ਅਸੀਂ ਕੋਈ ਉੱਥੇ ਜਾ ਕੇ ਬਾਗਬਾਨੀ ਨਹੀਂ ਕਰਨੀ ਹੈ, ਇਸ ਦੀ ਜਗ੍ਹਾ ਸਾਨੂੰ ਚਾਕੂ ਦੀ ਲੋੜ ਹੈ, ਜੋ ਸਾਨੂੰ ਰਸਤਾ ਸਾਫ਼ ਕਰਨ ਦੇ ਲਈ ਸਹਾਇਤਾ ਕਰੇਗਾ। ਇਸੇ ਤਰ੍ਹਾਂ ਅਗਰ ਕਿਸੇ ਬੱਚੇ ਤੋਂ ਕੋਈ ਹੋਰ ਗਲਤੀ ਹੋਈ ਹੈ, ਉਸਨੇ ਕੋਈ ਹੋਰ ਗਲਤੀ ਕੀਤੀ ਹੈ, ਕੋਈ ਹੋਰ ਚੀਜ਼ ਚੁਣੀ ਹੋਈ ਹੈ, ਤਾਂ ਉਸਨੇ ਉਸਨੂੰ ਸਹੀ ਕਰਨਾ ਹੈ। ਸਥਿਤੀ ਨੂੰ ਪੜ੍ਹੋ। ਅੱਧੀ ਛੁੱਟੀ ਦੇ ਦੌਰਾਨ ਤੁਸੀਂ ਆਪਣੇ ਸਭ ਤੋਂ ਚੰਗੇ ਦੋਸਤ ਨੂੰ ਰਵੀ ਦੇ ਬੈਗ ਤੋਂ ਕੁਝ ਲੈਂਦੇ ਦੇਖਿਆ ਹੈ। ਤੁਹਾਡੇ ਦੋਸਤ ਨੇ ਨਹੀਂ ਦੇਖਿਆ ਕਿ ਤੁਸੀਂ ਉਸ ਨੂੰ ਦੇਖ ਲਿਆ ਹੈ। ਅੱਧੀ ਛੁੱਟੀ ਖਤਮ ਹੋਣ ਤੋਂ ਬਾਅਦ ਅਧਿਆਪਕ ਕਲਾਸ ਵਿੱਚ ਐਲਾਨ ਕਰਦਾ ਹੈ ਕਿ ਕਿਸੇ ਨੇ ਰਵੀ ਦੇ ਬੈਗ ਵਿੱਚੋਂ ਪੈਸੇ ਚੋਰੀ ਕੀਤੇ ਹਨ। ਤੁਸੀਂ ਕੀ ਕਰੋਗੇ? ਧਿਆਨ ਨਾਲ ਸੁਣ ਲਓ ਫਿਰ ਇੱਕ ਵਾਰ। ਅੱਧੀ ਛੁੱਟੀ ਦੇ ਦੌਰਾਨ ਤੁਸੀਂ ਆਪਣੇ ਸਭ ਤੋਂ ਚੰਗੇ ਦੋਸਤ ਨੂੰ ਰਵੀ ਦੇ ਬੈਗ ਤੋਂ ਕੁਝ ਲੈਂਦੇ ਦੇਖਿਆ ਹੈ। ਤੁਹਾਡੇ ਦੋਸਤ ਨੇ ਨਹੀਂ ਦੇਖਿਆ, ਤੁਸੀਂ ਉਸ ਨੂੰ ਦੇਖ ਲਿਆ ਹੈ। ਅੱਧੀ ਛੁੱਟੀ ਖਤਮ ਹੋਣ ਤੋਂ ਬਾਅਦ ਅਧਿਆਪਕ ਕਲਾਸ ਵਿੱਚ ਐਲਾਨ ਕਰਦਾ ਹੈ ਕਿ ਕਿਸੇ ਨੇ ਰਵੀ ਦੇ ਬੈਗ ਵਿੱਚੋਂ ਪੈਸੇ ਚੋਰੀ ਕੀਤੇ ਹਨ। ਤੁਸੀਂ ਕੀ ਕਰੋਗੇ? ਹੁਣ ਦੇਖੋ, ਤੁਸੀਂ ਦੇਖਿਆ ਹੈ। ਸਮੱਸਿਆ ਕੀ ਹੈ? ਸਭ ਤੋਂ ਪਹਿਲਾਂ ਸਮੱਸਿਆ ਕੀ ਆਈ ਇਸ ਐਕਟੀਵਿਟੀ ਦੇ ਵਿੱਚ? ਤਾਂ ਰਵੀ ਦੇ ਬੈਗ 'ਚੋਂ ਪੈਸੇ ਚੋਰੀ ਹੋਏ ਹਨ। ਇਹ ਵੱਡੀ ਸਮੱਸਿਆ ਹੈ। ਤੁਹਾਡੇ ਕੋਲ ਕਿਹੜੇ ਵਿਕਲਪ ਹਨ? ਪੈਸੇ
ਮੇਰੇ ਦੋਸਤ ਨੇ ਚੁਰਾਏ ਹਨ ਜਾਂ ਨਹੀਂ। ਤੁਹਾਡੇ ਕੋਲ ਦੋ ਹੀ ਵਿਕਲਪ ਹੋਣਗੇ, ਕਿਉਂਕਿ ਤੁਸੀਂ ਆਪਣੇ ਦੋਸਤ ਨੂੰ ਰਵੀ ਦੇ ਬੈਗ ਚੋਂ ਕੁਝ ਲੈਂਦੇ ਦੇਖਿਆ ਸੀ, ਇਸ ਕਰਕੇ ਤੁਹਾਡੇ ਦਿਮਾਗ ਦੇ ਵਿੱਚ ਜਾਏਗਾ ਕਿ ਸ਼ਾਇਦ ਪੈਸੇ ਰਵੀ ਨੇ ਚੁਰਾਏ ਆ। ਨਹੀਂ ਵੀ ਹੋ ਸਕਦਾ। ਇਹ ਵਿਕਲਪ ਹੈ। ਹਰੇਕ ਵਿਕਲਪ ਦੇ ਚੋਣ ਦੇ ਨਤੀਜੇ ਕੀ ਹਨ। ਜੇਕਰ ਤੁਸੀਂ ਮੰਨ ਲਓ, ਜੇਕਰ ਮੈਂ ਆਪਣੇ ਦੋਸਤ ਦਾ ਨਾਮ ਲਿਆ ਤਾਂ ਉਸ ਦੀ ਬੇਇੱਜ਼ਤੀ ਹੋਵੇਗੀ, ਜੇਕਰ ਮੈਂ ਆਪਣੇ ਦੋਸਤ ਦਾ ਨਾਮ ਲਿਆ ਤਾਂ ਉਸ ਦੀ ਉਹ ਬਚ ਜਾਵੇਗਾ। ਬਟ ਸਮੱਸਿਆ ਇਹ ਵੀ ਹੈ ਕਿ ਪੈਸੇ ਵੀ ਚੋਰੀ ਹੋਏ ਆ, ਮੈਂ ਦੇਖਿਆ। ਆਪਣੇ ਵੱਲੋਂ ਤੁਸੀਂ ਕੋਈ ਵੀ ਵਿਕਲਪ ਲਿਖ ਸਕਦੇ ਹੋ ਇੱਥੇ। ਕਿਹੜਾ ਵਿਕਲਪ ਦੀ ਚੋਣ ਜ਼ਿਆਦਾ ਸਹੀ ਤੇ ਕਿਉਂ? ਮੇਰੇ ਦੋਸਤ ਨੇ ਪੈਸੇ ਨਹੀਂ ਚੁਰਾਏ। ਮੈਂ ਫੈਸਲਾ ਕੀਤਾ ਕਿ ਮੇਰੇ ਦੋਸਤ ਨੇ ਪੈਸੇ ਨਹੀਂ ਚੁਰਾਏ ਕਿਉਂਕਿ ਮੈਂ ਉਸ ਨੂੰ ਪੈਸੇ ਚੁਰਾਉਂਦੇ ਹੋਏ ਨਹੀਂ ਦੇਖਿਆ। ਮੈਂ ਕੁਝ ਕੱਢਦੇ ਹੋਏ ਦੇਖਿਆ, ਬਟ ਮੈਂ ਕਲੀਅਰ ਨਹੀਂ ਕਹਿ ਸਕਦਾ ਕਿ ਉਸ ਨੂੰ ਪੈਸੇ ਚੁਰਾਉਂਦੇ ਹੋਏ ਦੇਖਿਆ ਹੈ। ਤੁਹਾਡਾ ਫੈਸਲਾ ਕੀ ਹੈ? ਮੇਰਾ ਫੈਸਲਾ ਨਹੀਂ ਹੈ ਕਿ ਮੇਰੇ ਦੋਸਤ ਨੇ ਪੈਸੇ ਨਹੀਂ ਚੁਰਾਏ ਕਿਉਂਕਿ ਮੈਂ ਉਸ ਨੂੰ ਪੈਸੇ ਚੁਰਾਉਂਦੇ ਹੋਏ ਨਹੀਂ ਦੇਖਿਆ। ਠੀਕ ਹੈ ਜੀ ਹਾਂ। ਅੱਗੇ 6 ਨੰਬਰ ਤੇ ਫਿਰ ਵਧਿਆ। ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸਹੀ ਫੈਸਲਾ ਕੀਤਾ ਹੈ? ਕਿਉਂ? ਜੀ ਹਾਂ, ਮੈਨੂੰ ਲੱਗਦਾ ਹੈ ਕਿ ਮੈਂ ਬਿਲਕੁਲ ਸਹੀ ਫੈਸਲਾ ਲਿਆ ਹੈ, ਕਿਉਂਕਿ ਇੱਕ ਤਾਂ ਮੈਂ ਆਪਣੇ ਦੋਸਤ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ, ਯਾਨੀ ਕਿ ਬਚਪਨ ਤੋਂ ਅਗਰ ਜੋ ਬਹੁਤ ਚੰਗਾ ਦੋਸਤ ਹੈ ਤੇ ਉਸ ਬਾਰੇ ਮੈਂ ਚੰਗੀ ਤਰ੍ਹਾਂ ਜਾਣਦਾ ਹੀ ਹੋਵਾਂਗਾ ਕਿ ਉਹ ਚੋਰੀ ਨਹੀਂ ਕਰੇਗਾ। ਦੂਸਰਾ, ਮੈਂ ਉਸ ਨੂੰ ਪੈਸੇ ਚੁਰਾਉਂਦੇ ਹੋਏ ਵੀ ਨਹੀਂ ਦੇਖਿਆ। ਮੈਂ ਉਸ ਨੂੰ ਕੁਝ ਕੱਢਦੇ ਹੋਏ ਜ਼ਰੂਰ ਦੇਖਿਆ ਪਰ ਪੈਸੇ ਚੁਰਾਉਂਦੇ ਹੋਏ ਨਹੀਂ ਦੇਖਿਆ। ਹੁਣ ਫੈਸਲਾ ਲੈਣ ਦੇ ਚੱਕਰ ਬਾਰੇ ਅੱਗੇ ਗੱਲ ਕੀਤੀ ਹੋਈ ਹੈ। ਇੱਕ ਹੋਰ ਸਥਿਤੀ ਦੀ ਕਲਪਨਾ ਕਰੋ। ਤੁਹਾਡਾ ਦੋਸਤ ਅਤੇ ਤੁਸੀਂ ਤੁਹਾਡੇ ਦੋਸਤ ਦੇ ਘਰ ਇਕੱਲੇ ਹੋ। ਤੁਹਾਡਾ ਦੋਸਤ ਆਪਣੇ ਮਾਪਿਆਂ ਦੇ ਕਮਰੇ ਵਿੱਚ ਜਾਂਦਾ ਹੈ ਤੇ ਆਪਣੇ ਪਿਤਾ ਦੀ ਅਲਮਾਰੀ ਵਿੱਚੋਂ ਸਿਗਰਟ ਲੈਂਦਾ ਹੈ ਤੇ ਸਿਗਰਟ ਦਾ ਕਸ਼ ਲਗਾਉਣਾ ਯਾਨੀ ਕਿ ਪੀਣਾ ਉਸ ਨੂੰ ਸ਼ੁਰੂ ਕਰਦਾ ਹੈ। ਉਹ ਤੁਹਾਨੂੰ ਵੀ ਇੱਕ ਸਿਗਰਟ ਦਿੰਦਾ ਹੈ ਤੇ ਤੁਸੀਂ ਕੀ ਕਰੋਗੇ? ਇਸ ਸਮੱਸਿਆ ਨੂੰ ਹੱਲ ਕਰਨ ਲਈ ਫੈਸਲਾ ਲੈਣ ਦੇ ਚੱਕਰ ਨੂੰ ਭਰੋ। ਅੱਗੇ ਇੱਕ ਚੱਕਰ ਆ ਰਿਹਾ ਸਾਨੂੰ। ਇਸ ਚੱਕਰ ਤੁਹਾਡੀ ਜ਼ਿੰਦਗੀ ਵਿੱਚ ਚੰਗੇ ਫੈਸਲੇ ਲੈਣ ਵਿੱਚ ਤੁਹਾਡੀ ਮਦਦ ਕਰੇਗਾ। ਜਦੋਂ ਵੀ ਤੁਹਾਨੂੰ ਕੋਈ ਮਹੱਤਵਪੂਰਨ ਫੈਸਲਾ ਲੈਣਾ ਪੈਂਦਾ ਹੈ ਤਾਂ ਤੁਸੀਂ ਸਹੀ ਅਤੇ ਗਲਤ ਦੇ ਵਿਚਕਾਰ ਉਲਝਦੇ ਤਾਂ ਕਿ ਚੱਕਰ ਦੇ ਕਿਸੇ ਸਾਰੇ 6 ਖੇਤਰ ਪਰ ਤੁਸੀਂ ਸਹੀ ਫੈਸਲੇ ਤੇ ਪਹੁੰਚ ਜਾਓਗੇ। ਦੇਖੋ, ਫੈਸਲਾ ਲੈਣਾ ਸਾਡੇ ਲਈ ਹੁੰਦਾ ਹੈ। ਅਕਸਰ ਹੀ ਦੋਸਤਾਂ ਮਿੱਤਰਾਂ ਦੇ ਵਿੱਚ ਰਲ ਕੇ ਅਸੀਂ ਕਈ ਕਿਸਮ ਦੇ ਗਲਤ ਕਦਮ ਉਠਾ ਜਾਂਦੇ ਹਾਂ, ਪਰ ਉਸ ਸਮੇਂ ਬੜੀ ਦੁਚਿੱਤੀ ਹੁੰਦੀ ਹੈ ਮਨ ਦੇ ਵਿੱਚ, ਇਹ ਕੀਤਾ ਜਾਵੇ ਜਾਂ ਨਾ ਕੀਤਾ ਜਾਵੇ, ਕਰਾਂਗੇ ਤਾਂ ਕੀ ਹੋਏਗਾ, ਨਾ ਕਰਾਂਗੇ ਤਾਂ ਕੀ ਹੋਏਗਾ। ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਫੈਸਲਾ ਲੈਣਾ ਚਾਹੀਦਾ। ਤਾਂ ਫੈਸਲਾ ਲੈਣ ਦਾ ਚੱਕਰ ਅੱਗੇ ਬਣਿਆ ਹੋਇਆ, ਧਿਆਨ ਨਾਲ ਦੇਖੋ। ਫੈਸਲਾ ਲੈਣ ਦਾ ਚੱਕਰ ਤੁਹਾਨੂੰ ਸਾਰਿਆਂ ਨੂੰ ਦਿਖ ਰਿਹਾ ਹੋਵੇਗਾ। ਤਾਂ ਸਭ ਤੋਂ ਪਹਿਲਾਂ ਸਮੱਸਿਆ ਕੀ ਸੀ? ਸਮੱਸਿਆ ਸੀਗੀ ਇੱਕ ਸਿਗਰਟ ਜੋ ਕਿ ਉਸਦੇ ਦੋਸਤ ਨੇ ਉਸਨੂੰ ਦਿੱਤੀ ਸੀ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਸਮੱਸਿਆ ਸੀਗੀ ਸਿਗਰਟ। ਹੁਣ ਵੱਖ-ਵੱਖ ਕਿਸਮ ਦੇ ਵਿਕਲਪ ਕੀ ਹੈ ਤੁਹਾਡੇ ਕੋਲੇ? ਕਸ਼ ਲਗਾਉਣਾ, ਕੀ ਤੁਸੀਂ ਸਿਗਰਟ ਪੀਣਾ ਚਾਹੋਗੇ ਜਾਂ ਨਹੀਂ? ਤਾਂ ਦੋ ਵਿਕਲਪ ਆ, ਪੀਣੀ ਹੈ ਜਾਂ ਨਹੀਂ ਪੀਣੀ ਹੈ। ਠੀਕ ਹੈ ਜੀ। ਤਾਂ ਵੱਖ-ਵੱਖ ਵਿਕਲਪਾਂ ਦੇ ਨਤੀਜੇ ਕੀ ਹੋਣਗੇ? ਅਗਰ ਤੁਸੀਂ ਸਿਗਰਟ ਨਹੀਂ ਪੀਂਦੇ ਤਾਂ ਕੀ ਹੋਏਗਾ? ਤੁਹਾਡਾ ਦੋਸਤ ਤੁਹਾਡੇ ਨਾਲ ਨਿਰਾਸ਼ ਹੋ ਜਾਏਗਾ। ਹੋ ਸਕਦਾ ਉਹ ਤੁਹਾਡੇ ਨਾਲ ਨਿਰਾਸ਼ ਹੋ ਜਾਵੇ ਕਿਉਂਕਿ ਉਹ ਤੁਹਾਡਾ ਦੋਸਤ ਹੈ। ਪਰ ਅਗਰ ਤੁਸੀਂ ਸਿਗਰਟ ਪੀਓਗੇ ਤਾਂ ਉਸ ਦਾ ਕੀ ਹੋਣਾ? ਤੁਹਾਡੀ ਸਿਹਤ ਤੇ ਬਹੁਤ ਮਾੜਾ ਅਸਰ ਪੈਣਾ। ਤੁਹਾਨੂੰ ਲੱਤ ਲੱਗ ਸਕਦੀ ਹੈ, ਯਾਨੀ ਕਿ ਸਿਗਰਟ ਪੀਣਾ ਸਿਹਤ ਲਈ ਹਾਨੀਕਾਰਕ ਹੈ। ਦੋਨਾਂ ਵਿਕਲਪਾਂ ਦੇ ਅਲੱਗ-ਅਲੱਗ ਨਤੀਜੇ ਤੁਹਾਡੇ ਸਾਹਮਣੇ ਹੈ। ਕਿਹੜਾ ਵਿਕਲਪ ਸਭ ਤੋਂ ਸਹੀ ਹੈ? ਨੰਬਰ 1, ਸਿਗਰਟ ਨਾ ਪੀਣਾ ਸਭ ਤੋਂ ਠੀਕ ਹੈ, ਕਿਉਂਕਿ ਅਗਰ ਦੋਸਤ ਨਾਰਾਜ਼ ਹੋ ਜਾਂਦਾ ਤਾਂ ਕੋਈ ਗੱਲ ਨਹੀਂ, ਥੋੜੇ ਟਾਈਮ ਬਾਅਦ ਉਹ ਮੰਨ ਵੀ ਸਕਦਾ। ਬਟ ਅਗਰ ਇਹੀ ਭੈੜੀ ਲੱਤ ਤੁਹਾਨੂੰ ਲੱਗ ਗਈ ਫਿਰ ਉਸ ਤੋਂ ਛੁਟਕਾਰਾ ਪਾਉਣਾ ਬੜਾ ਮੁਸ਼ਕਿਲ ਹੈ, ਹਾਨੀਕਾਰਕ ਹੈ ਸਿਹਤ ਲਈ। ਸਿਗਰਟ ਪੀਣਾ ਅਸੀਂ ਸਾਰੇ ਹੀ ਜਾਣਦੇ ਹਾਂ ਤੇ ਇਸ ਤੋਂ ਛੁਟਕਾਰਾ ਪਾਉਣਾ ਬਹੁਤ ਮੁਸ਼ਕਿਲ ਹੈ। ਅਖੀਰਲਾ ਫੈਸਲਾ ਕੀ ਹੋਏਗਾ ਤੁਹਾਡਾ? ਨਹੀਂ, ਨੰਬਰ 1, ਕਸ਼ ਨਹੀਂ ਲਗਾਉਣਾ, ਵੀ ਮੈਂ ਸਿਗਰਟ ਨਹੀਂ ਪੀਣੀ। ਕੀ ਫੈਸਲਾ ਠੀਕ ਸੀ? ਜੀ ਹਾਂ, ਬਿਲਕੁਲ ਠੀਕ ਸੀ। ਯਾਨੀ ਕਿ ਆਪਣੀ ਡਿਟਰਮੀਨੇਸ਼ਨ ਦੇ ਨਾਲ ਅਸੀਂ ਉੱਤਰ ਦੇਣਾ, ਜੀ ਹਾਂ, ਮੇਰੇ ਵੱਲੋਂ ਲਿਆ ਗਿਆ ਫੈਸਲਾ ਬਿਲਕੁਲ ਠੀਕ ਹੈ, ਮੈਂ ਸਿਗਰਟ ਨਹੀਂ ਪੀਤੀ। ਅਗਰ ਬਾਈ ਚਾਂਸ ਮੇਰਾ ਦੋਸਤ ਮੇਰਾ ਨਿਰਾਸ਼ ਵੀ ਹੁੰਦਾ ਤਾਂ ਉਸ ਦੇ ਪਿੱਛੇ ਫਿਰ ਵੀ ਮੈਂ ਆਪਣੀ ਸਿਹਤ ਬਚਾਈ ਹੈ। ਆਉਣ ਵਾਲੇ ਸਮੇਂ ਦੇ ਵਿੱਚ ਮੇਰਾ ਦੋਸਤ ਮੇਰੇ ਨਾਲ ਮੰਨ ਸਕਦਾ। ਠੀਕ ਹੈ ਜੀ। ਤਾਂ ਇਹ ਇੱਕ ਫੈਸਲਾ ਲੈਣ ਦਾ ਚੱਕਰ ਸੀਗਾ ਜਿਸ ਨੂੰ ਅਸੀਂ ਭਰਿਆ। ਇਸੇ ਤਰ੍ਹਾਂ ਤੁਸੀਂ ਆਪਣੀ ਸੋਚ ਦੇ ਨਾਲ ਆਪਣੇ ਵੱਲੋਂ ਇਹਦੇ ਵਿੱਚ ਵਿਕਲਪ ਜੋੜ ਕੇ ਆਪਣੇ ਵੱਲੋਂ ਵੀ ਇਸ ਨੂੰ ਡਨ ਕਰ ਸਕਦੇ ਹੋ। ਸੋਚੋ ਤੇ ਲਿਖੋ। ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਸਹੀ ਫੈਸਲਾ ਲੈਣ ਦੀ ਮਹੱਤਤਾ ਦੀ ਜ਼ਰੂਰਤ ਬਾਰੇ ਲਿਖੋ। ਹੁਣ ਸਹੀ ਫੈਸਲਾ ਲੈਣਾ ਕਿਉਂ ਜ਼ਰੂਰੀ ਹੈ? ਸਹੀ ਫੈਸਲਾ, ਸਹੀ ਸੋਚ ਚੰਗੀ ਕਿਸਮਤ ਤੇ ਪਕੜ ਬਣਾਉਂਦੇ ਹਨ। ਜੋ ਅਸੀਂ ਸ਼ੁਰੂ ਦੇ ਵਿੱਚ ਲਾਈਨ ਪੜ੍ਹੀ ਸੀ ਉਹੀ ਲੈਣ ਇੱਥੇ ਦੁਬਾਰਾ ਦਿੱਤੀ ਗਈ। ਸਹੀ ਫੈਸਲੇ ਸਮਾਜਿਕ ਪੱਖ ਤੇ ਬਹੁਤ ਮਜ਼ਬੂਤ ਕਰਦੇ ਹਨ। ਸਾਡਾ ਸਮਾਜਿਕ ਪੱਖ ਵੀ ਬਹੁਤ ਜ਼ਿਆਦਾ ਮਜ਼ਬੂਤ ਕਰਦੇ ਜਦ ਅਸੀਂ ਡਿਟਰਮੀਨੇਸ਼ਨ ਨਾਲ ਕੋਈ ਫੈਸਲਾ ਕਰਦੇ ਹਾਂ ਤਾਂ ਸਾਹਮਣੇ ਵਾਲੇ ਨੂੰ ਵੀ ਲੱਗਦਾ ਕਿ ਬੰਦਾ ਬੜਾ ਹਾਜ਼ਰ ਜਵਾਬਾ, ਬੜਾ ਇੰਟੈਲੀਜੈਂਟ ਹੈ, ਇਸ ਨੂੰ ਫੈਸਲਾ ਲੈਣ ਦੀ ਬੜੀ ਕੀ ਹੈ। ਤੁਸੀਂ ਦੇਖਦੇ ਹੋ ਕਿਸੇ ਟਾਈਮ ਵੀ ਕਿਸੇ ਗੱਲ ਤੇ ਤੁਸੀਂ ਕੋਈ ਫੈਸਲਾ ਕਰੋਗੇ ਤਾਂ ਤੁਸੀਂ ਸ਼ਲਾਘਾ ਹੋਏਗੀ ਅਗਰ ਤੁਹਾਡਾ ਫੈਸਲਾ ਸਹੀ ਹੋਏਗਾ। ਸਹੀ ਫੈਸਲੇ ਸਾਡਾ ਚਰਿੱਤਰ ਨਿਰਮਾਣ ਕਰਦੇ ਹਨ। ਸਹੀ ਫੈਸਲੇ ਸਾਡੇ ਚਰਿੱਤਰ ਦੇ ਵਿੱਚ ਵੀ ਬਹੁਤ ਜ਼ਿਆਦਾ ਭੂਮਿਕਾ ਨਿਭਾਉਂਦੇ ਹਨ। ਸਹੀ ਫੈਸਲੇ ਜੀਵਨ ਵਿੱਚ ਜਿੱਤ ਪ੍ਰਾਪਤ ਕਰਨ ਲਈ ਜ਼ਰੂਰੀ ਹਨ। ਅਗਰ ਕਿਸੇ ਮੁਕਾਮ ਤੇ ਪਹੁੰਚਣਾ, ਕਿਸੇ ਮੰਜ਼ਿਲ ਤੇ ਪਹੁੰਚਣਾ ਤਾਂ ਫੈਸਲੇ ਹਮੇਸ਼ਾ ਸਹੀ ਹੋਣੇ ਚਾਹੀਦੇ ਹਨ। ਸਹੀ ਫੈਸਲੇ ਸਾਡਾ ਵਿਅਕਤੀਤਵ ਨੂੰ ਵੀ ਨਿਖਾਰਦੇ ਹਨ। ਸਾਡਾ ਜਿਹੜਾ ਵਿਅਕਤੀਤਵ ਹੈ ਇਸ ਦੇ ਵਿੱਚ ਵੀ ਨਿਖਾਰ ਆਉਂਦਾ ਹੈ। ਦਿੱਤੇ ਗਏ ਕਦਮਾਂ ਨੂੰ ਮੁੜ ਤਰਤੀਬ ਕਰੋ ਜਿਨ੍ਹਾਂ ਦੀ ਇੱਕ ਚੰਗੀ ਫੈਸਲਾ ਲੈਂਦੇ ਸਮੇਂ ਪਾਲਣਾ ਕੀਤੀ ਜਾਵੇ। ਹੁਣ ਦੇਖੋ, ਇੱਕ ਸਾਈਡ ਤੇ ਸਾਨੂੰ ਲੈਫਟ ਸਾਈਡ ਤੇ ਉਹਨਾਂ ਨੇ ਖੱਬੇ ਪਾਸੇ ਜੋ ਦਿੱਤੇ ਹੋਏ ਆ ਉਹ ਵਿਕਲਪ ਦਿੱਤੇ ਹੋਏ, ਅਸੀਂ ਇਹਨਾਂ ਨੂੰ ਸੀਰੀਅਲਾਈਜ਼ ਕਰਨਾ ਹੈਗਾ। ਤਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਆਇਆ ਹੈਗਾ ਸਮੱਸਿਆ ਦਾ ਵਿਸ਼ਲੇਸ਼ਣ ਕਰੋ, ਫਿਰ ਜਾਣਕਾਰੀ ਇਕੱਠੀ ਕਰੋ।
ਠੀਕ ਹੈ। ਸਾਰੇ ਹੱਲ ਜਾਂ ਵਿਕਲਪਾਂ ਦੀ ਪਛਾਣ ਕਰੋ। ਪਹਿਲਾਂ ਸਮੱਸਿਆ ਦਾ ਵਿਸ਼ਲੇਸ਼ਣ ਕਰੋ, ਫਿਰ ਜਾਣਕਾਰੀ ਇਕੱਠੀ ਕਰੋ, ਫਿਰ ਸਾਰੇ ਹੱਲ ਜਾਂ ਵਿਕਲਪਾਂ ਦੀ ਜਾਂਚ ਕਰੋ, ਫਿਰ ਸਾਰੇ ਹੱਲ ਜਾਂ ਵਿਕਲਪਾਂ ਨੂੰ ਤੋਲਣਾ, ਯਾਨੀ ਕਿ ਉਹਨਾਂ ਵਿੱਚ ਮਾਪ ਤੋਲ ਕਰਨਾ ਕਿ ਕਿਹਦਾ ਆਨਸਰ, ਜੇ ਇਹ ਆਨਸਰ ਆਇਆ ਤਾਂ ਜਿਵੇਂ ਇਹ ਜਵਾਬ ਦਿੱਤਾ ਤਾਂ ਇਹਦਾ ਕੀ ਨਤੀਜਾ ਨਿਕਲਣਾ, ਇਹ ਜਵਾਬ ਦਿੱਤਾ ਗਿਆ ਤਾਂ ਇਹਦਾ ਕੀ ਨਤੀਜਾ ਨਿਕਲਣਾ। ਹੱਲ ਵਿਕਲਪਾਂ ਵਿੱਚੋਂ ਚੁਣਨਾ। ਹੁਣ ਹੱਲ ਵਿਕਲਪਾਂ ਦੇ ਵਿੱਚੋਂ ਮੈਂ ਇੱਕ ਦੀ ਚੋਣ ਕੀਤੀ ਹੈ ਤੇ ਲਾਸਟ ਦੇ ਵਿੱਚ ਕਾਰਵਾਈ ਕੀਤੀ ਗਈ ਹੈ ਔਰ ਫਿਰ ਮੈਂ ਫੈਸਲੇ ਦੀ ਸਮੀਖਿਆ ਕੀਤੀ ਹੈ। ਜੋ ਮੈਂ ਫੈਸਲਾ ਲਿਆ ਕਿ ਉਸ ਦੇ ਵਿੱਚ ਕਿੰਨਾ ਕੁ ਮੈਂ ਅਸਰਦਾਰ ਰਿਹਾ, ਕਿੰਨਾ ਕੁ ਮੈਂ ਕਾਮਯਾਬ ਰਿਹਾ, ਇਹ ਸਮੀਖਿਆ ਵੀ ਜ਼ਰੂਰੀ ਹੁੰਦੀ ਹੈ ਕਿ ਜੋ ਮੇਰੇ ਵੱਲੋਂ ਫੈਸਲਾ ਲਿਆ ਗਿਆ ਕਿ ਉਹ ਮੇਰੇ ਲਈ ਸਹੀ ਹੈ, ਸਮਾਜ ਲਈ ਸਹੀ ਹੈ, ਉਹ ਕਿੰਨਾ ਕੁ ਕਿਸ ਤਰ੍ਹਾਂ। ਠੀਕ ਹੈ। ਆਤਮ ਨਿਰਣੈ। ਉਹਨਾਂ ਤਰੀਕਿਆਂ ਦੀ ਸੂਚੀ ਬਣਾਓ ਜਿਸ ਨਾਲ ਤੁਸੀਂ ਆਪਣੇ ਫੈਸਲੇ ਲੈਣ ਦੇ ਹੁਨਰ ਨੂੰ ਸੁਧਾਰ ਸਕਦੇ ਹੋ। ਤਾਂ ਅਸੀਂ ਆਪਣੇ ਫੈਸਲੇ ਲੈਣ ਦੇ ਹੁਨਰ ਨੂੰ ਸੁਧਾਰ ਸਕਦੇ ਹਾਂ ਕਿਸ ਤਰ੍ਹਾਂ? ਆਪਣੇ ਪੁਰਾਣੇ ਫੈਸਲਿਆਂ ਦਾ ਅਧਿਐਨ ਕਰਕੇ, ਜੋ ਅਸੀਂ ਪੁਰਾਣੇ ਨਤੀਜੇ ਯਾਨੀ ਕਿ ਕੋਈ ਪੁਰਾਣੇ ਫੈਸਲੇ ਲਏ ਹੁੰਦੇ ਅਸੀਂ ਉਹਨਾਂ ਦਾ ਅਧਿਐਨ ਕਰ ਸਕਦੇ ਕਿ ਮੈਂ ਪਿਛਲੇ ਟਾਈਮ ਦੇ ਵਿੱਚ ਇਹ ਫੈਸਲਾ ਲਿਆ ਸੀ ਤਾਂ ਉਸਦਾ ਇਹ ਨਤੀਜਾ ਨਿਕਲਿਆ, ਚੰਗਾ ਨਿਕਲਿਆ, ਮਾੜਾ ਨਿਕਲਿਆ, ਉਸਦਾ ਕੀ ਪ੍ਰਭਾਵ ਪਿਆ, ਇਹ ਸਾਰੀ ਅਸੀਂ ਸਮੀਖਿਆ ਕਰ ਸਕਦੇ ਹਾਂ, ਉਹਨਾਂ ਦੀ ਮੁਲਾਂਕਣ ਕਰ ਸਕਦੇ ਹਾਂ। ਵਿਦਵਾਨ ਲੋਕਾਂ ਦੀ ਸਲਾਹ ਲੈ ਕੇ, ਆਪਣੇ ਤੋਂ ਵੱਡੇ, ਆਪਣੇ ਤੋਂ ਜ਼ਿਆਦਾ ਸਮਝਦਾਰ ਲੋਕਾਂ ਦੀ ਸਲਾਹ ਲੈ ਕੇ ਅਸੀਂ ਆਪਣੇ ਫੈਸਲੇ ਜਿਹੜੇ ਆ ਉਹ ਸਹੀ ਕਰ ਸਕਦੇ ਹਾਂ, ਆਪਣਾ ਹੁਨਰ ਪੱਧਰ ਆ ਜਿਹੜਾ ਨਿਖਾਰ ਸਕਦੇ ਹਾਂ। ਫੈਸਲੇ ਲੈਣ ਤੋਂ ਪਹਿਲਾਂ ਵੱਖ-ਵੱਖ ਹੱਲਾਂ ਦਾ ਅਧਿਐਨ ਕਰਕੇ, ਫੈਸਲਾ ਲੈਣ ਤੋਂ ਪਹਿਲਾਂ ਜੋ ਵੀ ਸਾਡੇ ਕੋਲੇ ਵਿਕਲਪ ਹੁੰਦੇ ਆ, ਜੋ ਵੀ 4 ਆਪਸ਼ਨ ਹੁੰਦੇ ਆ, ਉਹਨਾਂ ਦਾ ਥੋੜਾ ਅਧਿਐਨ ਕਰਕੇ ਵੀ ਇਹ ਹੋਇਆ ਤਾਂ ਇਹਦੇ ਵਿੱਚੋਂ ਕਿੰਨਾ ਕੁ ਗਲਤ ਹੈ, ਯਾਨੀ ਕਿ ਬਿਲਕੁਲ ਸਟੀਕ ਆਨਸਰ ਤੇ ਪਹੁੰਚਣਾ, ਇਹ ਸਾਡੇ ਵਿੱਚ ਪ੍ਰਭਿਤਾ ਆਏਗੀ। ਵੱਖ-ਵੱਖ ਜਿਹੜੇ ਸਾਨੂੰ ਹੱਲ ਮਿਲੇ ਹੋਏ ਆ ਅਸੀਂ ਉਹਨਾਂ ਦੇ ਬਾਰੇ ਵਿੱਚ ਪਹਿਲਾਂ ਜਾਣਕਾਰੀ ਪ੍ਰਾਪਤ ਕਰੀਏ। ਹਮੇਸ਼ਾ ਸਕਾਰਾਤਮਕ ਸੋਚ ਰੱਖ ਕੇ, ਹਮੇਸ਼ਾ ਸਾਨੂੰ ਪੋਜ਼ਿਟਿਵ ਸੋਚਣਾ ਚਾਹੀਦਾ, ਸਕਾਰਾਤਮਕ ਸੋਚ ਰੱਖਣੀ ਚਾਹੀਦੀ ਹੈ। ਇਸ ਨਾਲ ਵੀ ਸਾਡੀ ਜਿਹੜੀ ਫੈਸਲਾ ਲੈਣ ਦੀ ਪ੍ਰਭਿਤਾ ਉਹ ਵੱਧਦੀ ਹੈ। ਆਪਣੇ ਮਾਤਾ ਪਿਤਾ ਅਤੇ ਦੋਸਤਾਂ ਨਾਲ ਵੱਖ-ਵੱਖ ਹੱਲਾਂ ਤੇ ਵਿਕਲਪਾਂ ਬਾਰੇ ਚਰਚਾ ਕਰਕੇ, ਸਭ ਤੋਂ ਵੱਡੀ ਗੱਲ ਆਪਣੇ ਮਾਤਾ ਪਿਤਾ ਔਰ ਉਸ ਤੋਂ ਬਾਅਦ ਆਪਣੇ ਦੋਸਤਾਂ ਦੇ ਨਾਲ ਜੋ ਵੀ ਸਾਨੂੰ ਹੱਲ ਲੱਗਦੇ ਆ ਕਿਸੇ ਵੀ ਸਮੱਸਿਆ ਦੇ ਲਈ, ਉਹਨਾਂ ਦੇ ਵਿੱਚ ਚਰਚਾ ਜ਼ਰੂਰ ਕਰਨੀ ਚਾਹੀਦੀ ਹੈ ਕਿ ਮੇਰੀ ਇਹ ਸਮੱਸਿਆ, ਉਸ ਦੇ ਲਈ ਮੈਂ ਇਹ ਸੋਚਦਾ ਕਿ ਇਹ ਠੀਕ ਹੋਏਗਾ। ਤਾਂ ਲਾਸਟ ਦੇ ਵਿੱਚ ਅਧਿਆਪਕ ਵੱਲੋਂ ਸੁਝਾਅ ਆ ਤਾਂ ਅਧਿਆਪਕ ਵੱਲੋਂ ਪਿਆਰੇ ਬੱਚੇ ਤੁਹਾਨੂੰ ਇਹੀ ਸੁਝਾਅ, ਪਿਆਰੇ ਵਿਦਿਆਰਥੀਓ, ਕਿਸੇ ਵੀ ਫੈਸਲੇ ਨੂੰ ਪੱਕਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਉਸ ਬਾਰੇ ਜਾਣਕਾਰੀ ਇਕੱਠੀ ਕਰੋ, ਉਸ ਦੇ ਚੰਗੇ ਅਤੇ ਸਾਰੇ ਜਿਹੜੇ ਮਾੜੇ ਪ੍ਰਭਾਵ ਦੀ ਜਾਣਕਾਰੀ ਇਕੱਠੀ ਕਰੋ, ਇਹ ਹੀ ਕਿਸੇ ਨਤੀਜੇ ਤੇ, ਫਿਰ ਹੀ ਤੁਸੀਂ ਕਿਸੇ ਨਤੀਜੇ ਤੇ ਪਹੁੰਚੋ। ਤਾਂ ਇਸ ਤਰ੍ਹਾਂ ਤੁਹਾਡਾ ਜਿਹੜਾ 6th ਲੈਸਨ ਹੈ ਕੰਪਲੀਟ ਹੋ ਰਿਹਾ। ਵਾਰ-ਵਾਰ ਵੀਡੀਓ ਨੂੰ ਦੇਖੋ, ਅਗਰ ਫਿਰ ਵੀ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਆਉਂਦੀ ਆ ਤਾਂ ਮੈਨੂੰ ਇੱਕ ਵਾਰ ਜ਼ਰੂਰ ਪੁੱਛੋ, ਤੁਹਾਡੇ ਲਈ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਹੋਰ ਆਸਾਨ ਭਾਸ਼ਾ ਦੇ ਵਿੱਚ ਸਮਝਾਇਆ ਜਾਵੇ। ਬਹੁਤ ਹੀ ਇੰਟਰਸਟਿੰਗ ਔਰ ਬੜਾ ਹੀ ਵਧੀਆ ਇੱਕ ਰੋਜ਼ਾਨਾ ਜੀਵਨ ਦੇ ਵਿੱਚ ਕੰਮ ਆਉਣ ਦੇ ਲਈ ਔਰ ਇਸ ਐਕਟੀਵਿਟੀ ਬੁੱਕ ਦੇ ਨਾਲ ਬਣੇ ਰਹੋ। ਚੈਨਲ ਨੂੰ ਸਬਸਕ੍ਰਾਈਬ ਕਰੋ। ਇਸੇ ਤਰ੍ਹਾਂ ਤੁਸੀਂ ਆਪਣੀ ਇਹ ਸਾਰੀ ਦੀ ਸਾਰੀ ਐਕਟੀਵਿਟੀ ਆਪਣੀ ਜਿਹੜੀ ਬੁੱਕ ਦੇ ਉੱਪਰ ਡਨ ਕਰ ਲੈਣੀ ਹੈ। ਨਵਾਂ ਜਿਹੜਾ ਸਬਜੈਕਟ ਹੈ ਸਵਾਗਤ ਜ਼ਿੰਦਗੀ, ਉਸ ਦੇ ਨਾਲ ਸੰਬੰਧਿਤ ਲੈਸਨ ਸੀ। ਬਹੁਤ ਬਹੁਤ ਧੰਨਵਾਦ।